ਸਤਿ ਸ਼੍ਰੀ ਅਕਾਲ ਜੀ। ਨਿਰਪੱਖ ਪੋਸਟ ਦੇਖ ਰਹੇ ਹੋ ਤੁਸੀਂ। ਲੁਧਿਆਣੇ ਦੇ ਮਰਾਡੋ ਚੌਂਕੀ ਦੇ ਵਿੱਚ ਖੜੇ ਆ। ਗਿੱਲ ਰੋਡ ਦੇ ਉੱਤੇ ਚੌਂਕੀ ਆ ਲੁਧਿਆਣੇ ਸ਼ਹਿਰ ਦੇ। ਕਿਸਾਨਾਂ ਦੇ ਵੱਲੋਂ ਇੱਕ ਧਰਨਾ ਲਾਇਆ ਗਿਆ। ਚੌਂਕੀ ਦਾ ਜਿਹੜਾ ਰਾਹ ਬੰਦ ਕੀਤਾ ਹੈ, ਚੌਂਕੀ ਨੂੰ ਘੇਰਿਆ ਹੋਇਆ। ਕਾਰਨ ਕੀ ਨੇ ਇਹ ਵੀ ਜਾਣਾਂਗੇ। ਮੇਰੇ ਪਿੱਛੇ ਦੇਖ ਸਕਦੇ ਤੁਸੀਂ, ਆ ਇੱਕ ਚੌਂਕੀ ਦਾ ਬੋਰਡ ਆ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਮੇਨ ਗੇਟ ਆ ਜਿਹੜਾ ਗੱਡੀਆਂ ਲਾ ਕੇ ਬੰਦ ਕੀਤਾ ਹੋਇਆ ਕਿਸਾਨਾਂ ਨੇ। ਇਹਦੇ ਕਾਰਨ ਕੀ ਨੇ? ਕਾਰਨ ਜਦੋਂ ਪੁੱਛਿਆ ਤਾਂ ਇਹਨਾਂ ਨੇ ਦੱਸਿਆ ਕਿ ਗਿੱਲਾਂ ਨਾਲ ਹੀ, ਲੁਧਿਆਣੇ ਦੇ ਨਾਲ ਲੱਗਦਾ ਇੱਕ ਸ਼ਹਿਰ ਦੇ ਵਿੱਚ ਪਿੰਡ ਆ ਗਿੱਲਾਂ ਪਿੰਡ, ਜਿਹਦੇ ਵਿੱਚ ਇੱਕ ਘਰ ਨੂੰ ਲੈ ਕੇ ਵਿਵਾਦ ਖੜਾ ਹੋਇਆ ਕਿ ਉਸ ਘਰ ਦੇ ਉੱਤੇ ਬਲਡੋਜ਼ਰ ਚਲਾਇਆ ਗਿਆ। ਕਾਰਨ ਕੀ ਨੇ? ਬਲਡੋਜ਼ਰ ਕਿਉਂ ਚਲਾਇਆ ਗਿਆ, ਕੀ ਇਹ ਸਾਰਾ ਮਾਮਲਾ ਵਾ? ਜਿਹੜੇ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਇਹ ਧਰਨਾ ਕਿਉਂ ਲੱਗਿਆ, ਕੀ ਮਾਮਲਾ। ਹਲੇ ਤੱਕ ਦਾ ਪੁਲਿਸ ਨੇ ਨਹੀਂ ਸੁਣਿਆ ਜਾਂ ਹਲੇ ਤੱਕ ਦਾ ਇਹਦਾ ਕੋਈ ਹੱਲ ਨਹੀਂ ਹੋਇਆ। ਕਿਸਾਨ ਯੂਨੀਅਨ ਦੇ ਜਿਹੜੇ ਆਗੂ ਨੇ ਉਹ ਵੀ ਇੱਥੇ ਮੌਜੂਦ ਨੇ, ਗੱਲਬਾਤ ਕਰ ਲੈਂਦੇ ਉਹਨਾਂ ਦੇ ਨਾਲ। ਮਾਮਲਾ ਕੀ ਆ, ਕਿਉਂ ਸਾਰਾ ਅੱਜ ਧਰਨਾ ਲਾਇਆ ਹੋਇਆ? ਬਾਈ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਇੰਦਰਪਾਲ ਸਿੰਘ, ਸੂਬਾ ਪ੍ਰੈਸ ਸਕੱਤਰ, ਭਾਰਤੀ ਕਿਸਾਨ ਯੂਨੀਅਨ ਏਕਤਾ ਟਿਕਾਉਂਦਾ। ਅੱਜ ਇੱਥੇ ਥਾਣਾ ਸਾਰਾ ਬੰਦ ਕੀਤਾ ਹੋਇਆ, ਮਾਮਲਾ ਕੀ ਆ? ਪਤਾ ਲੱਗਾ ਜੀ ਕੁਝ ਦਿਨ ਪਹਿਲਾਂ ਕਹਿੰਦੇ ਬਲਡੋਜ਼ਰ ਚੱਲਿਆ ਇੱਕ ਘਰ ਤੇ, ਕੀ ਉਸ ਨੂੰ ਲੈ ਕੇ ਧਰਨਾ ਲਾਇਆ ਗਿਆ? ਕੀ ਲੱਗਦਾ ਕਿ ਹਜੇ ਤੱਕ ਦਾ ਕੋਈ ਇਨਸਾਫ ਨਹੀਂ ਮਿਲਿਆ? ਹਾਂਜੀ, ਇਹ ਬੜਾ ਧੱਕਾ ਹੋਇਆ। ਪੁਲਿਸ ਸਿਆਸੀ ਗੁੰਡਾ ਗੱਠਜੋੜ ਦੀ ਸਾਰੀ ਚਾਲ ਸੀ। ਮਾਤਾ ਜਸਵੀਰ ਕੌਰ ਜੋ ਕਿ ਗਿੱਲ ਪਿੰਡ 'ਚ ਪੈਂਦੀ ਗਿੱਲ ਰਿੰਗ ਰੋਡ ਕਲੋਨੀ ਵਿੱਚ ਰਹਿ ਰਹੀ ਸੀਗੀ, ਪਿਛਲੇ 11-12 ਸਾਲਾਂ ਤੋਂ ਰਹਿ ਰਹੀ ਸੀਗੀ। ਉਹ ਆਪਣੇ ਪਰਿਵਾਰ ਸਮੇਤ, ਉਹਦਾ ਕੋਈ ਪਰਿਵਾਰਕ ਝਗੜਾ ਹੋਣਾ ਤੇ ਪਰ ਕਲੋਨੀਨਾਈਜ਼ਰ ਕੋਈ ਢਿੱਲੋਂ ਹੈਗਾ, ਪੂਰਾ ਨਾਮ ਨਹੀਂ ਪਤਾ ਮੈਨੂੰ, ਤੇ ਉਹਨਾਂ ਨੇ ਆਪਦੇ ਸਰਕਾਰੀ ਤੰਤਰ ਨਾਲ ਰਲ ਕੇ ਉਸ ਮਾਤਾ ਦਾ ਘਰ ਆਪਣੇ ਬਲਡੋਜ਼ਰਾਂ ਨਾਲ ਢਹਿ ਢੇਰੀ ਕਰਤਾ 5 ਮਿੰਟਾਂ 'ਚ। ਪਰ ਸਾਜ਼ਿਸ਼ ਇਹ ਰਚੀ ਗਈ ਉਹਦੇ ਵਿੱਚ ਵੀ ਉਸ ਮਾਤਾ ਨੂੰ ਤੇ ਉਹਨਾਂ ਦੇ ਬੇਟੇ ਨੂੰ ਚੌਂਕੀ ਬੁਲਾਇਆ ਗਿਆ ਪਹਿਲਾਂ ਆਪਣੀ ਪੁਲਿਸ ਦੀ ਸ਼ਹਿ ਦੇ ਉੱਪਰ। ਉਸ ਤੋਂ ਬਾਅਦ ਉਸ ਸਮੇਂ ਦੌਰਾਨ 5 ਮਿੰਟਾਂ ਦੇ ਵਿੱਚ ਘਰਾਂ ਦੇ ਲੋਕ ਖੁੱਲ੍ਹੇ ਸੀਗੇ, ਲੋਕਰ ਖੁੱਲ੍ਹੇ ਸੀ, ਮਤਲਬ ਲੋਕਰਾਂ 'ਚ ਸਮਾਨ ਪਿਆ ਸੀਗਾ ਸਾਰਾ, ਤੇ ਸਾਰਾ ਸਮਾਨ ਉਵੇਂ ਪਿਆ ਰਹਿਣ ਦੇ ਬਾਵਜੂਦ ਬਲਡੋਜ਼ਰ ਚਲਾਏ ਗਏ ਅਤੇ ਸਮਾਨ ਬਹੁਤ ਨੁਕਸਾਨ ਕੀਤਾ ਉਹਨਾਂ ਦਾ ਪਰਿਵਾਰ ਦਾ। ਉਸ ਬਾਬਤ ਸਰਦਾਰ ਬੂਟਾ ਸਿੰਘ ਬੁਰਜਗਿੱਲ ਸੂਬਾ ਪ੍ਰਧਾਨ ਨੂੰ ਜਦੋਂ ਪਤਾ ਲੱਗਿਆ ਤਾਂ ਤੁਰੰਤ ਐਕਸ਼ਨ 'ਚ ਆਈ ਫੋਰਸ। ਜ਼ਿਲ੍ਹੇ ਦੇ ਆਪਣੇ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਜੀ ਐਕਸ਼ਨ 'ਚ ਆਏ। ਉਸ ਤੋਂ ਬਾਅਦ ਬਾਬਤ ਪੁਲਿਸ ਦੇ ਦਬਾਅ ਬਣਾਇਆ ਗਿਆ ਤਾਂ ਉਹਨਾਂ ਨੇ FIR ਦਰਜ ਕਰਤੀ, ਪਰ ਉਹਦੇ ਵਿੱਚ ਇੱਕ ਪੇਚ ਰੱਖਿਆ ਗਿਆ ਜੋ ਪੁਲਿਸ ਪ੍ਰਸ਼ਾਸਨ ਦਾ ਸਿੱਧਾ ਇਹਦੇ ਵਿੱਚ ਹੱਥ ਸੀਗਾ, ਉਹ ਪਾਸੇ ਰੱਖੇ ਗਏ। ਕਾਰਨ ਕੀ ਹੈ? ਜਦੋਂ ਵੀ ਆਪਾਂ ਕੋਈ ਦਰਖਾਸਤ ਦਿੰਦੇ ਆ ਤਾਂ ਉਹਦੀ ਤਫਤੀਸ਼ ਕਰਨੀ ਜ਼ਰੂਰੀ ਹੁੰਦੀ ਆ, ਪਰ ਮੁਲਾਜ਼ਮਾਂ ਨੇ, ਪੁਲਿਸ ਮੁਲਾਜ਼ਮਾਂ ਨੇ, ਮਰਾਡੋ ਚੌਂਕੀ ਵਾਲਿਆਂ ਨੇ ਇਹ ਜ਼ਰੂਰੀ ਨਹੀਂ ਸਮਝਿਆ ਵੀ ਉਸ ਦੀ ਤਫਤੀਸ਼ ਕੀਤੀ ਜਾਵੇ। ਬਿਨਾਂ ਤਫਤੀਸ਼ ਕੀਤੇ ਇੱਕ ਗਰੀਬ ਪਰਿਵਾਰ ਦਾ ਘਰ ਢਾਇਆ ਗਿਆ। ਉਸ ਦੇ ਵਿਰੋਧ ਦੇ ਵਿੱਚ ਅੱਜ ਚੌਂਕੀ ਦਾ ਘਿਰਾਓ ਕੀਤਾ ਗਿਆ ਔਰ ਗਰੀਬ ਪਰਿਵਾਰ ਨੂੰ ਜਿੰਨੀ ਦੇਰ ਤੱਕ ਇਨਸਾਫ ਨਹੀਂ ਮਿਲਦਾ, ਭਾਰਤੀ ਕਿਸਾਨ ਯੂਨੀਅਨ ਏਕਤਾ ਟਿਕਾਉਂਦਾ ਡਟ ਕੇ ਉਸ ਪਰਿਵਾਰ ਨਾਲ ਖੜੀ ਹੈ। ਬਾਈ ਜੀ, ਕੀ ਲੱਗਦਾ ਨਹੀਂਗਾ ਵੀ ਜੇ ਢਾਇਆ ਗਿਆ ਵਾ ਘਰ, ਜੇ ਮੰਨ ਲੈਂਦੇ ਆ ਕਿਸੇ ਢੰਗ ਨਾਲ, ਕੀ ਉਹਨਾਂ ਕੋਲ ਕੋਈ ਕਾਗਜ਼ ਨਹੀਂ ਸੀ ਜਾਂ ਜੇ ਘਰੇਲੂ ਜਿਹੜਾ ਜੇ ਕੋਈ ਮੰਨ ਲਓ ਘਰ ਦਾ ਕਿਸੇ ਪਰਿਵਾਰ ਦੇ ਨਾਲ ਕੋਈ ਰੌਲਾ ਵਾ, ਕਿ ਕਾਨੂੰਨ ਆਪਣੇ ਤੌਰ ਤੇ ਆ ਕੇ ਇਦਾਂ ਘਰ ਢਾ ਸਕਦੇ ਨੇ? ਦੇਖੋ, ਇਹ ਤਾਂ ਮੈਂ ਕਹਿੰਦਾ ਕੋਰਟ ਅਦਾਲਤਾਂ ਬੰਦ ਕਰ ਦੇਣੀ ਚਾਹੀਦੀ ਹੈ। ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ। ਦੇਖੋ, ਇਹ ਜੇ ਕੋਈ ਇੱਦਾਂ ਦੇ ਡਿਸਪਿਊਟ ਹੁੰਦੇ ਆ, ਬਰੰਟ ਕਬਜ਼ੇ ਆਉਂਦੇ ਆ, ਮਾਲ ਵਿਭਾਗ ਆਉਂਦਾ, ਬਹੁਤ ਕਾਨੂੰਨੀ ਕਾਰਵਾਈਆਂ ਹੁੰਦੀਆਂ ਨੇ, ਪਰ ਸਭ ਕੁਝ ਮਾੜੀ ਸੋਚ ਰੱਖ ਕੇ ਸਿੱਕੇ ਟਾਂਕੇ ਇਸ ਬਦਲਾਅ ਦੀ ਸਰਕਾਰ ਵਿੱਚ ਇਹ ਕੁਝ ਹੋਇਆ ਗਰੀਬ ਪਰਿਵਾਰ ਨਾਲ। ਇੱਥੇ ਹੀ ਨਹੀਂ, ਇਹ ਪਰਿਵਾਰ ਆਪਣੇ ਜਦੋਂ ਦੀ ਸਰਕਾਰ ਬਦਲਾਅ ਦੀ ਬਣੀ ਆ, ਜੋ ਪਹਿਲਾਂ ਵਾਲੇ ਆਪਣੇ ਅਕਾਲੀ ਦਲ ਹੋਵੇ ਚਾਹੇ ਕਾਂਗਰਸ ਹੋਵੇ, ਮਤਲਬ ਇਕੱਲੇ ਰੰਗ ਬਦਲੇ ਆ ਪੱਗਾਂ ਦੇ। ਜੋ ਇਹਨਾਂ ਦਾ ਚਾਲ ਚੱਲਣਾ ਉਹ ਪਹਿਲਾਂ ਵਾਲਿਆਂ ਨਾਲ ਦਾ ਹੀ ਆ, ਚਾਹੇ ਨਸ਼ੇ ਤੇ ਲਾ ਲਓ, ਤੁਸੀਂ ਰੇਤ ਦੀਆਂ ਖੱਡਾਂ ਤੇ ਲਾ ਲਓ, ਹੋਰ ਵੱਖ-ਵੱਖ ਮੁੱਦੇ ਆ, ਚੋਰੀਆਂ ਚਕਾਰੀਆਂ ਬਹੁਤ ਵੱਧ ਰਹੀਆਂ ਨੇ ਸਮਾਜ। ਇਸੇ ਮੁੱਦੇ ਤੇ ਗੱਲ ਕਰਾਂ ਜੀ, ਮੈਂ ਕਾਗਜ਼ਾਂ ਦੀ ਗੱਲ ਕੀਤੀ ਵੀ ਕਾਗਜ਼ ਇਹਨਾਂ ਕੋਲ ਸੀਗੇ ਤਾਂ ਕਾਗਜ਼ਾਂ ਕਰਕੇ ਹੀ ਕੋਈ ਰੌਲਾ ਪਿਆ? ਨਹੀਂ, ਕਾਗਜ਼ ਹੈਗੇ ਸੀ ਇਹਨਾਂ ਦਾ। ਅਸਲ ਆਪਣੇ ਭਰਾ ਤੋਂ ਜਗ੍ਹਾ ਲਈ ਸੀ ਇਹ, ਉਹਨਾਂ ਨਾਲ ਇਹਨਾਂ ਦੀ ਗੱਲਬਾਤ ਹੋਈ ਵੀ ਸੀਗੀ। ਉਸ ਤੋਂ ਬਾਅਦ ਜਦੋਂ ਰਿਸ਼ਤੇਦਾਰੀ 'ਚ ਨੀਤ ਬਦਲ ਜਾਂਦੀ ਆ, ਜਗ੍ਹਾ ਮਹਿੰਗੀ ਹੋ ਗਈ, ਉਹਨਾਂ ਨੇ ਅੱਗੇ ਪਤਾ ਨਹੀਂ ਕਾਗਜ਼ਾਂ 'ਚ ਕੀ ਕੀਤਾ ਤੇ ਕਲੋਨੀਨਾਈਜ਼ਰ ਨਾਲ ਮਿਲ ਕੇ ਤੇ ਇਹ ਜੋ ਆਪਣਾ ਸਾਜ਼ਿਸ਼। ਇਹ ਵੀ ਤਾਂ ਦੇਖਿਆ ਜਾਵੇ ਨਾ ਵੀ ਇਹ ਲੰਬੇ ਸਮੇਂ ਤੋਂ ਕਹਿੰਦੇ ਇੱਥੇ ਰਹਿ ਰਹੇ ਸੀਗੇ। ਜੇ ਰਹਿ ਰਹੇ ਸੀ ਤਾਂ ਇਨ ਕੇਸ ਕਬਜ਼ਾ ਤਾਂ ਇਹਨਾਂ ਦਾ ਹੀ ਸੀਗਾ ਨਾ, ਚਾਹੇ ਕਾਗਜ਼ ਕਿਸੇ ਦੇ ਵੀ ਨਾਮ ਤੇ ਹੋਣ, ਲਿੱਤੇ ਹੋਣ, ਚਾਹੇ ਰਜਿਸਟਰੀ ਨਹੀਂ ਕਰਾਈ, ਜੇ ਕਬਜ਼ਾ ਇਹਨਾਂ ਕੋਲੇ ਸੀ ਤਾਂ ਉਹ ਵੀ ਇੱਕ ਲਾਅ ਦੇ ਅਕੋਰਡਿੰਗ ਹੀ ਖਾਲੀ ਹੋ ਸਕਦਾ ਸੀ ਕਿ ਇਦਾਂ ਧੱਕੇਸ਼ਾਹੀ ਫਿਰ ਜ਼ਰੂਰੀ ਹੈ? ਧੱਕੇਸ਼ਾਹੀ, ਨਜਾਇਜ਼ ਧੱਕੇਸ਼ਾਹੀ ਹੋਈ ਆ। ਦੇਖੋ ਸਰ, ਜੋ ਮੀਟਰ ਲੱਗਿਆ ਹੋਇਆ ਪਿਛਲੇ 12-13 ਸਾਲਾਂ ਤੋਂ, ਉਹ ਵੀ ਇਹਨਾਂ ਦੇ ਨਾਲ ਚਿੱਠੀ ਪੱਤਰ, ਆਧਾਰ ਕਾਰਡ, ਸਭ ਇਸ ਤਰ੍ਹਾਂ ਦੇ ਪ੍ਰੂਫ ਇਹਨਾਂ ਕੋਲੇ ਹੈਗੇ ਨੇ। ਮਤਲਬ ਪੱਕੇ ਤੌਰ ਤੇ ਇੱਥੇ ਰਹਿ ਰਹੇ ਸੀ, ਇਹ ਨਹੀਂ ਹੈਗਾ ਵੀ ਜਿੰਦਾ ਕੁੰਜਾ ਲੱਗਦਾ ਸੀਗਾ। ਪਰ ਫਿਰ ਵੀ ਪੁਲਿਸ ਸਿਆਸੀ ਗੁੰਡਾ ਗੱਠਜੋੜ ਨੇ ਇਹਨਾਂ ਨਾਲ ਧੱਕਾ ਕੀਤਾ। ਇਹਨਾਂ ਨੂੰ ਜਿੰਨੀ ਦੇਰ ਇਨਸਾਫ ਨਹੀਂ ਮਿਲਦਾ ਤੇ ਜਥੇਬੰਦੀ ਇਹਨਾਂ ਨਾਲ ਡਟ ਕੇ ਖੜੀ ਹੈ। ਕੀ ਲੱਗਦਾ ਨਹੀਂਗਾ ਜੀ ਫਿਰ
ਜੇ ਗੱਲ ਕੀਤੀ ਜਾਵੇ ਤਾਂ ਤੁਸੀਂ ਕਹਿ ਰਹੇ ਹੋ ਹੁਣ ਧਰਨਾ ਲੱਗਿਆ ਹੋਇਆ, ਉਸ ਤੋਂ ਬਾਅਦ ਕੋਈ ਕਾਰਵਾਈ ਹੋਈ ਹੈ ਕਿਸੇ ਨਾ ਕਿਸੇ ਦੇ? ਕੋਈ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਜਿਹੜੇ ਬੰਦੇ ਨੇ ਢਾਇਆ ਸੀ, ਜਾਂ ਉਹਨਾਂ ਨੂੰ ਕੋਈ ਫੜਿਆ ਹਲੇ ਤੱਕ, ਜਾਂ ਕੋਈ FIR ਹੋਈ ਹੈ ਹੁਣ ਤੱਕ? ਕੀ FIR ਰਾਤ ਜ਼ਰੂਰ ਹੋਈ ਆ ਜੀ, ਉਹਦੇ 'ਚ ਹਜੇ JCB ਵਾਲੇ ਇਹਨਾਂ ਨੇ ਟਰੇਸ ਨਹੀਂ ਕੀਤੇ, 2 ਮੈਂਬਰ ਫੜੇ ਆ। ਮੇਨ ਜੋ ਪੁਲਿਸ ਪ੍ਰਸ਼ਾਸਨ ਨਾਲ ਸੀਗਾ ਉਹ ਉਹਨਾਂ ਨੂੰ ਇਸ ਟਾਈਮ ਹਜੇ ਪਾਸੇ ਰੱਖਿਆ ਜਾ ਰਿਹਾ। ਜਿਨ੍ਹਾਂ ਤੇ ਪਰਚਾ ਦਰਜ ਹੋਈ ਉਹ ਕੌਣ ਬੰਦੇ ਸੀਗੇ? ਜਿਹੜੇ ਕਲੋਨਾਈਜ਼ਰ ਸੀਗੇ ਜਿਨ੍ਹਾਂ ਨੇ ਢਾਇਆ, ਜਾਂ ਜਿਹੜੇ ਇਹਨਾਂ ਦੇ ਰਿਸ਼ਤੇਦਾਰ ਸੀ ਜਿਨ੍ਹਾਂ ਨੇ ਕਰਾਇਆ? ਉਹਨਾਂ ਦੇ ਬਲਵਿੰਦਰ ਸਿੰਘ ਰਿਸ਼ਤੇਦਾਰ ਸੀ ਇਹਨਾਂ ਦਾ, 2 ਕਲੋਨੀਨਾਈਜ਼ਰ ਸੀ, ਸ਼ਾਇਦ ਨਰਪਿੰਦਰ ਸਿੰਘ ਨਾਮ ਆ, 3-4 ਜਣਿਆਂ ਤੇ ਹੋਇਆ ਬਾਈ ਨੇ। 4 ਜਣਿਆਂ ਦਾ ਮੁਕੱਦਮਾ ਆਇਆ, ਮਤਲਬ ਕਹਿੰਦਾ ਵਾ JCB ਵਾਲਾ ਹਜੇ ਫੜਿਆ ਨਹੀਂ ਗਿਆ? JCB ਵਾਲਾ ਜੋ ਉਹਨਾਂ ਦੇ ਨਾਲ ਹੋਰ 40-50 ਜਣੇ ਜੋ ਆਪਣੇ ਲਿਖਾਏ ਗਏ ਨੇ ਨਾ, ਉਹ ਫੜੇ ਗਏ ਹਜੇ ਤੱਕ। ਹੁਣ ਜਿਹੜੀ ਤੁਹਾਡੀ ਕਿਸਾਨ ਯੂਨੀਅਨ ਆ ਪਰਿਵਾਰ ਦੇ ਨਾਲ ਖੜੀ ਆ, ਕੀ ਮੰਗ ਕੀ ਕਰਦੀ ਆ ਵੀ ਕੀ ਹੋਣਾ ਚਾਹੀਦਾ? ਕੀ ਹੁਣ ਉਹ ਮਕਾਨ ਦੁਬਾਰੇ ਬਣ ਸਕਦਾ ਵਾ? ਕੀ ਜਿਹੜਾ ਢਾਹ ਦਿੱਤਾ ਗਿਆ ਕੀ ਉਹਦੀ ਭਰਪਾਈ ਕੌਣ ਕਰੂਗਾ? ਕੀ ਲੱਗਦਾ ਨਹੀਂ ਕਿ ਵੀ ਜਿਹੜਾ ਹੁਣ ਪਰਿਵਾਰ ਤੇ ਇੱਕ ਦਿਨ ਦਾ ਸੜਕ ਤੇ ਆ ਗਿਆ ਵੀ ਉਹਦਾ ਹੱਲ ਕਿਸ ਤਰ੍ਹਾਂ ਹੋਊਗਾ? ਉਹਦਾ ਹੱਲ ਇਹਨਾਂ ਨੂੰ ਕਰਨਾ ਪੈਣਾ, ਪ੍ਰਸ਼ਾਸਨ ਉਹਨਾਂ ਤੇ ਦਬਾਅ ਬਣਾਵੇ, ਜਾਂ ਜਿਸ ਤਰ੍ਹਾਂ ਵੀ ਔਨ ਲਾ ਜੋ ਵੀ ਚੱਲਦਾ ਉਹ ਇਹਨਾਂ ਨੂੰ ਦਬਾਉਣਾ ਪੈਣਾ, ਨਹੀਂ ਤਾਂ ਅਸੀਂ ਇੱਥੇ ਖੜੇ ਹਾਂ। ਕਿਉਂਕਿ ਦੇਖਿਆ ਜਾਵੇ ਤਾਂ ਜੀ ਘਰ ਬਣਾਉਣਾ ਅੱਜ ਦੀ ਡੇਟ ਦੇ ਵਿੱਚ ਕੋਈ ਸੌਖਾ ਨਹੀਂ ਗਾ, ਕਿੱਟ ਲਾਣੀ ਹੋਵੇ ਉਹ ਔਖੀ ਹੋ ਜਾਂਦੀ ਆ। ਇਹ ਤਾਂ ਪੂਰਾ ਬਣਿਆ ਹੋਇਆ ਮਕਾਨ ਢਾਹ ਦਿੱਤਾ, ਕਿ ਲੱਗਦਾ ਨਹੀਂ ਕਿ ਪਰਿਵਾਰ ਦਾ ਹੁਣ ਮੁਸ਼ਕਲ ਹੋ ਜਾਊਗਾ, ਅੱਗੇ ਚੱਲਣਾ, ਸਰਵਾਈਵ ਕਰਨਾ ਮੁਸ਼ਕਲ ਹੋ ਜੂ ਉਹਨਾਂ ਦਾ? ਹਾਂਜੀ, ਬਹੁਤ ਜ਼ਿਆਦਾ ਮੁਸ਼ਕਲ ਹੋਣੀ ਆ। ਦੇਖੋ 2011 'ਚ ਜਿਹੜਾ ਮਕਾਨ ਬਣਿਆ ਤਕਰੀਬਨ ਜੇ ਉਸ ਸਮੇਂ 10 ਲੱਖ ਵੀ ਲਾਇਆ ਤਾਂ ਅੱਜ ਦੀ ਉਹਦੀ ਕਾਸਟ ਆਪਾਂ 50 ਲੱਖ ਮੰਨਾਂਗੇ ਘੱਟੋ ਘੱਟ। ਬਿਲਕੁਲ ਮਹਿੰਗਾਈ ਇਸ ਹਿਸਾਬ ਨਾਲ, ਮਹਿੰਗਾਈ ਇਸ ਹਿਸਾਬ ਦੀ ਆ। ਇੱਕ ਗਰੀਬ ਵਿਧਵਾ ਦੇਖੋ ਤੁਸੀਂ 50 ਲੱਖ ਲਾ ਕੇ ਘਰ ਕਿਸ ਤਰ੍ਹਾਂ ਤਿਆਰ ਕਰ ਸਕਦੀ ਆ, ਜਿਹਨੇ ਪਹਿਲਾਂ ਕਿਣਕਾ ਜੋੜ ਕੇ ਆਪਦਾ ਘਰ ਬਣਾਇਆ, ਅੱਜ ਉਹ ਦੁਬਾਰਾ ਫੇਰ ਸੜਕ ਤੇ ਆ ਗਈ। ਆਪਣੀ ਜ਼ਿੰਦਗੀ ਦੀ ਸਾਰੀ ਪੂੰਜੀ ਲਾਈ ਜਿਹੜੀ ਬਲਡੋਜ਼ਰਾਂ ਹੇਠ ਪੁਲਿਸ ਸਿਆਸੀ ਗੁੰਡਾ ਗੱਠਜੋੜ ਨੇ ਵਿੱਧੀ ਆ। ਸੋ ਇਹ ਬਹੁਤ ਸ਼ਰਮਨਾਕ ਘਟਨਾ ਗਈ, ਜਿਹਦੀ ਕਿ ਸਮੂਹ ਜਥੇਬੰਦੀਆਂ ਨੂੰ ਨਿਖੇਧੀ ਕਰਨੀ ਬਣਦੀ ਆ ਤੇ ਇਸ ਗਰੀਬ ਪਰਿਵਾਰ ਨਾਲ ਖੜਨਾ ਬਣਦਾ। ਸਾਡੀ ਜਥੇਬੰਦੀ ਇਹਨਾਂ ਨਾਲ ਖੜੀ ਆ, ਜਿੰਨੀ ਦੇਰ ਤੱਕ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਉਨੀ ਦੇਰ ਤੱਕ ਡਟ ਕੇ ਇਹਨਾਂ ਦੇ ਨਾਲ ਖੜਾਂਗੇ। ਧੰਨਵਾਦ। ਬਾਈ ਵੀ ਸਾਡੇ ਨਾਲ ਨੇ ਕਿਸਾਨ ਯੂਨੀਅਨ ਤੋਂ, ਇਹਨਾਂ ਨਾਲ ਵੀ ਗੱਲਬਾਤ ਕਰਾਂਗੇ। ਕੀ ਕਹਿਣਾ ਚਾਹੋਗੇ? ਅੱਜ ਧਰਨਾ ਲਾਇਆ ਹੋਇਆ, ਕਿਸਾਨ ਯੂਨੀਅਨ ਡਟੀ ਹੋਈ ਆ, ਤੇ ਲੱਗਦਾ ਕਿ ਇਨਸਾਫ ਮਿਲੂਗਾ? ਹਾਂਜੀ, ਇਹ ਇਨਸਾਫ ਜ਼ਰੂਰ ਮਿਲੂਗਾ। ਮੈਂ ਭਾਰਤੀ ਕਿਸਾਨ ਯੂਨੀਅਨ ਏਕਤਾ ਟਿਕਾਉਂਦਾ ਦਾ ਬਰਨਾਲਾ ਜ਼ਿਲ੍ਹਾ ਦਾ ਪ੍ਰੈਸ ਸਕੱਤਰ ਹਾਂ ਜੀ। ਭਾਰਤੀ ਕਿਸਾਨ ਟਿਕਾਉਂਦਾ ਵੱਲੋਂ ਸਾਡਾ ਮੋਰਚਾ ਲਾਇਆ ਕਿਉਂਕਿ ਘਰ ਬਣਾਉਣ ਲਈ ਆਪਾਂ ਦੇਖਦੇ ਹਾਂ ਆਪਣੀ ਸਾਰੀ ਜ਼ਿੰਦਗੀ ਦੀ ਪੂੰਜੀ ਲੱਗ ਜਾਂਦੀ ਹੈ, ਸਾਰੀ ਜ਼ਿੰਦਗੀ ਆਪਣੇ ਘਰ ਬਣਾਉਣ ਲਈ ਲੰਘ ਜਾਂਦੀ ਹੈ। ਪਰ ਗੁੰਡਾ ਪੁਲਿਸ ਸਿਆਸੀ ਗੱਠਜੋੜ ਦਾ ਅਸੀਂ ਜਿਹੜਾ ਨਾਰਾ ਲਾਉਂਦੇ ਹੁੰਦੇ ਸੀ ਉਹ ਅਸੀਂ ਅੱਜ ਸੱਚ ਹੁੰਦਾ ਦੇਖ ਲਿਆ। ਇਹਦੇ 'ਚ ਪੁਲਿਸ ਵੀ ਸ਼ਾਮਲ ਹੈ, ਇਹ ਸਿਆਸੀ ਲੋਕ ਵੀ ਸ਼ਾਮਲ ਹੈ, ਜਿਹਦੀ ਸਹਿਤ ਤੇ ਸਰੇਆਮ ਹੋ ਜਾ ਕੇ ਉਹ ਘਰ ਢਾਇਆ ਗਿਆ, ਜਿਹਦੇ ਖਿਲਾਫ ਅਸੀਂ ਡਟੇ ਆ ਕਿ ਉਹਦਾ ਘਰ ਜਿੰਨਾ ਚਿਰ ਉਹ ਮਾਈ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਸਾਡਾ ਮੋਰਚਾ ਲਗਾਤਾਰ ਜਾਰੀ ਰਹੂਗਾ। ਅਸੀਂ ਅੱਗੇ ਵੀ ਸਾਡੀ ਜਥੇਬੰਦੀ ਨੇ ਜੋ ਵੀ ਸੰਘਰਸ਼ ਲੜਿਆ, ਚਾਹੇ ਭੁੱਖੋ ਕੈਂਚੀ ਵਾਲਾ ਸੀ ਟੋਲ ਪਲਾਜ਼ਾ 10 ਮਹੀਨੇ ਸੀ ਸੰਘਰਸ਼ ਲੜ ਕੇ ਉਹ ਗਲਤ ਜਗ੍ਹਾ ਤੇ ਲਾਇਆ ਗਿਆ ਸੀਗਾ, ਹੋਰ ਵੀ ਟੋਲ ਪਲਾਜ਼ਾ ਜਿਹੜੇ ਗਲਤ ਜਗ੍ਹਾ ਤੇ ਲੱਗੇ ਆ ਉਹਨਾਂ ਖਾਤਰ ਵੀ ਲੜਨ ਦੀ ਲੋੜ ਹੈ। ਇਹ ਧੱਕੇ ਧੋੜੇ ਦੇ ਖਾਤਰ ਅਸੀਂ ਲੜਦੇ ਹਾਂ ਕਿਉਂਕਿ ਇੱਕ ਪਾਸੇ ਲੁੱਟੇ ਜਾਣ ਵਾਲੇ ਲੋਕ ਆ, ਇੱਕ ਪਾਸੇ ਲੁੱਟਣ ਵਾਲੇ ਲੋਕ ਆ। ਅਸੀਂ ਉਹ ਲੁੱਟੇ ਜਾਣ ਵਾਲੇ ਲੋਕਾਂ ਦੀ ਹਮਾਇਤ ਕਰਦੇ ਆ ਤੇ ਹਮਾਇਤ ਉਹ ਕਰਦੇ ਰਹਾਂਗੇ ਤੇ ਉਹਨੂੰ ਇਨਸਾਫ ਆ ਉਸ ਮਾਈ ਨੂੰ ਜ਼ਰੂਰ ਦੇਵਾਂਗੇ। ਕਿਉਂ ਲੱਗਦਾ ਕਿ ਜਦੋਂ ਤੱਕ ਤੁਹਾਨੂੰ ਇਨਸਾਫ ਨਹੀਂ ਮਿਲਦਾ ਤਾਂ ਜਿਹੜਾ ਥਾਣੇ ਦੇ ਗੇਟ ਆ, ਚੌਂਕੀ ਦੇ ਗੇਟ ਆ ਜਿਹੜੇ ਬੰਦ ਕੀਤੇ ਗੱਡੀਆਂ ਲਾ ਕੇ ਇਦਾਂ ਹੀ ਲੱਗੇ ਰਹਿਣਗੇ? ਹਾਂਜੀ, ਘੇਰਾ ਇਹ ਲੱਗੇ ਰਹਿਣਗੇ। ਸਾਡੇ ਆਗੂਆਂ ਦੀ ਗੱਲ ਚੱਲਦੀ ਹੈ, ਸਰਦਾਰ ਬੂਟਾ ਸਿੰਘ ਬੁਰਜਗਿੱਲ ਦੀ ਤੇ ਸਮੁੱਚੀ ਸਾਡੀ ਜਿਹੜੀ ਸੂਬੇ ਦੀ ਲੀਡਰਸ਼ਿਪ ਆ ਇਸ ਟਾਈਮ ਉਹਨਾਂ ਦੇ ਪ੍ਰਸ਼ਾਸਨ ਨਾਲ ਗੱਲ ਚੱਲ ਰਹੀ ਹੈ। ਜੇ ਜਿਵੇਂ ਵੀ ਸਾਡੇ ਆਗੂ ਕਹਿਣਗੇ, ਜੇ ਉਹ ਕਹਿਣਗੇ ਇਹਨੂੰ ਲਗਾਤਾਰ ਬੰਦ ਕਰੋ, ਉਹ ਜਿੰਨਾ ਚਿਰ ਉਹਨਾਂ ਚਿਰ ਸਾਡਾ ਇਹ ਬੰਦ ਰਹੂਗਾ ਕਿਉਂਕਿ ਸਾਡੇ ਜਥੇਬੰਦੀ ਨੇ ਵੱਡੇ ਸੰਘਰਸ਼ ਲੜੇ ਆ। ਉਹਦੀ ਖਾਤਰ ਜਿੰਨਾ ਵੀ ਸਾਡਾ ਜ਼ੋਰ ਹੁੰਦਾ ਅਸੀਂ ਲਾਉਨੇ ਆ। ਇਹ ਪ੍ਰਸ਼ਾਸਨ ਵੀ ਇਹ ਚੀਜ਼ ਜਾਣਦਾ, ਸਾਰਾ ਕੁਝ ਜਾਣਦੇ। ਜਥੇਬੰਦੀ ਆ ਲੜਨ ਵਾਲੀ ਆ ਤੇ ਖੜਨ ਵਾਲੀ ਆ। ਹਰੇਕ ਸੰਘਰਸ਼ ਹੀ ਜਿੱਤਿਆ, ਇਹ ਵੀ ਜਿੱਤਾਂਗੇ। ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿੰਨਾ ਸਮਾਂ ਬੈਠਣਾ ਪਵੇ, ਕਿੰਨਾ ਸਮਾਂ ਬਹਿਣਾ ਪਏ, ਸਾਨੂੰ ਕਹੇ ਸਾਲ ਭਰ ਬਹਿਣਾ ਪਏ ਤਾਂ ਵੀ ਕੋਈ ਡਿੱਕਾ ਨਹੀਂਗਾ। ਕਿ 10 ਮਹੀਨੇ ਅਸੀਂ ਬਰਨਾਲਾ ਜ਼ਿਲ੍ਹੇ 'ਚ ਬੈਠ ਕੇ ਆਏ ਆ ਤੇ ਟੋਲ ਪਲਾਜ਼ਾ ਜਮਾ ਜਾ ਕੇ ਦੇਖ ਲਓ ਢਾਹ ਕੇ ਜਮਾ ਉਹਨੂੰ ਖਤਮ ਕਰਕੇ ਆਏ ਆ। ਧੰਨਵਾਦ। ਸੋ ਬਾਈ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਬਿਲਕੁਲ ਡਟੇ ਹੋਏ ਆ। ਸਾਡੀ ਕਿਸਾਨ ਯੂਨੀਅਨ ਉਦੋਂ ਤੱਕ ਨਹੀਂ ਹਟਦੀ ਜਦੋਂ ਤੱਕ ਇਨਸਾਫ ਨਹੀਂ ਮਿਲਦਾ। ਚੌਂਕੀ ਦਾ ਜਿਹੜਾ ਵਾ ਗੇਟ ਬੰਦ ਕੀਤਾ ਹੋਇਆ ਵਾ, ਗੱਡੀਆਂ ਲਾ ਕੇ ਵੀ ਕਿਸੇ ਨੂੰ ਆਣ ਜਾਣ ਨਹੀਂ ਦਿੰਦਾ। ਤੇ ਹੁਣ ਸੋ ਉਹਨਾਂ ਨੇ ਦੱਸਿਆ ਕਿ ਜਿਹੜੇ ਸਾਡੇ ਸੂਬਾ ਪ੍ਰਧਾਨ ਨੇ ਉਹਨਾਂ ਵੱਲੋਂ ਗੱਲਬਾਤ ਕੀਤੀ ਜਾ ਰਹੀ ਆ ਪ੍ਰਸ਼ਾਸਨ ਦੇ ਨਾਲ। ਜਦੋਂ ਤੱਕ ਮਸਲਾ ਹੱਲ ਨਹੀਂ ਹੁੰਦਾ ਤਾਂ ਇਸੇ ਤਰ੍ਹਾਂ ਹੀ ਜਿਹੜਾ ਵਾ ਬੰਦ ਰਹੂਗਾ। ਤੇ ਅਸੀਂ ਲਗਾਤਾਰ ਇੱਕ ਪਾਸੇ ਉਹਨਾਂ ਨੇ ਜਿਸ ਤਰ੍ਹਾਂ ਦੱਸਿਆ ਕਿ ਲੁੱਟਣ ਵਾਲੇ ਲੋਕ ਨੇ ਤੇ ਇੱਕ ਪਾਸੇ ਜਿਹੜੇ ਲੁੱਟਦੇ ਨੇ। ਸੋ ਉਹਨਾਂ ਨੇ ਦੱਸਿਆ ਕਿ ਜਿਹੜੇ ਲੁੱਟੇ ਜਾਂਦੇ ਲੋਕ ਨੇ ਉਹਨਾਂ ਦੀ ਮਦਦ ਲਈ ਜਿਹੜੀ ਸਾਡੀ ਕਿਸਾਨ ਯੂਨੀਅਨ ਹਮੇਸ਼ਾ ਖੜੀ ਰਹਿੰਦੀ ਆ ਤੇ ਖੜੀ ਵੀ ਰਹੂਗੀ। ਬਾਕੀ ਦੇਖਦੇ ਆ ਇਸ ਮਾਮਲੇ ਦੇ ਉੱਤੇ ਜਿਹੜਾ ਪ੍ਰਸ਼ਾਸਨ ਆ ਉਹਨਾਂ ਦਾ ਕੀ ਕਹਿਣਾ ਤੇ ਇੱਥੇ ਕੀ ਅੱਗੇ ਜਿਹੜੀ ਕਾਰਵਾਈ ਹੁੰਦੀ। ਸੋ ਇਸ ਸਾਰੇ ਮਾਮਲੇ ਦੇ ਵਿੱਚ ਜਦੋਂ ਪੁਲਿਸ ਦੇ ਨਾਲ ਗੱਲਬਾਤ ਕੀਤੀ ਤਾਂ ਪੁਲਿਸ ਦਾ ਕਹਿਣਾ ਵਾ ਕਿ ਹਲੇ ਜਿਹੜੀ ਇਹ ਤਫਤੀਸ਼ ਚੱਲ ਰਹੀ ਆ
ਉਸ ਤਫਤੀਸ਼ ਤੋਂ ਬਾਅਦ ਆ ਜਿਹੜਾ ਜੋ ਵੀ ਨਤੀਜਾ ਸਾਹਮਣੇ ਆਊਗਾ ਉਹਦੇ ਮੁਤਾਬਕ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਆ ਉਸ ਪਰਿਵਾਰ ਨੂੰ, ਉਸ ਲੇਡੀਜ਼ ਨੂੰ ਜਿਹੜਾ ਵਾ ਇਨਸਾਫ ਜ਼ਰੂਰ ਦਿੱਤਾ ਜਾਊਗਾ। ਸੋ ਸਾਡੀ ਤਫਤੀਸ਼ ਜਾਰੀ ਆ। ਏਸੀਪੀ ਸਾਹਿਬ ਵੀ ਇੱਥੇ ਪਹੁੰਚੇ ਹੋਏ ਨੇ, ਐਸਐਚਓ ਸਾਹਿਬ ਵੀ ਸਦਰ ਦੇ ਜਿਹੜੇ ਉਰੇ ਪਹੁੰਚੇ ਹੋਏ ਨੇ, ਉਹਨਾਂ ਨਾਲ ਗੱਲਬਾਤ ਹੋਈ ਆ। ਉਹਨਾਂ ਨੇ ਕਿਹਾ ਵੀ ਤਫਤੀਸ਼ ਤੋਂ ਬਾਅਦ ਜੋ ਵੀ ਨਤੀਜਾ ਸਾਹਮਣੇ ਆਊਗਾ ਉਹਦੇ ਆਧਾਰ ਤੇ ਉਸ ਪਰਿਵਾਰ ਨੂੰ ਜਿਹੜਾ ਬਣਦਾ ਇਨਸਾਫ ਆ ਜ਼ਰੂਰ ਦਿੱਤਾ ਜਾਊਗਾ। ਸੋ ਬਣੇ ਤੁਹਾਡੇ ਨਾਲ ਕੈਮਰਾ ਪਰਸਨ ਬਲਵੀਰ ਵੰਟੀ ਨਾਲ ਨੀਰਜ ਕੁਮਾਰ ਪੋਸਟ ਲੁਧਿਆਣਾ।